ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਤਨਾਸਰੀ ਛੰਤ ਮਹਲਾ ਚੌਥਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਹਰਿ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਅਨੰਦਿਨ ਜੈ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰਿ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਜੀਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅਣਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖੀ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਆਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਸਤ ਸੰਗਤ ਮਿਲੈ ਵਡ ਭਾਗ ਤਾ ਹਰਿ ਸਿਆਵੈ ਜੀਓ ਆਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ
ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ। ਹਰਖ ਸੋਗ ਤੁਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ। ਸਤ ਸੰਗਤ ਮਿਲੈ ਵਡ ਭਾਗ, ਤਾਹਾ ਰਸ ਆਵੈ ਜਿਉ। ਦੂਜੇ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜਿਉ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜਿਉ। ਮਾਇਆ ਦੁਖ ਮੋਹਿਆ ਹੂੰ ਮੈਂ ਰੋਹਿਆ, ਮੇਰੇ ਮੇਰੇ ਕਰਤ ਵਿਹਾਵੇ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੇ। ਬਿਨ ਨਾਵੈ ਕੋ ਸਾਥ ਨ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜਿਉ। ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਇਆ ਜਿਉ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜਿਉ। ਪ੍ਰਭ ਮਨ ਭਾਵੈ ਤਾ ਹੁਕਮ ਸੁਭਾਵੈ, ਹੁਕਮ ਮਨ ਸੁਖ ਪਾਇਆ। ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੇ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਵੈ ਜਿਉ। ਨਾਮੋ ਨਾਮ ਮਿਲੇ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਵੈ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਚਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਸ਼ੰਤ ਮਹਲਾ ਚੌਥਾ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗ ਵਿੱਚ ਸ਼ੰਤਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 690 ਤੇ ਸੁਭਾਈਮਾਨ ਨੇ। ਇਹ ਪਾਵਨ ਸ਼ਬਦ ਘਰ ਪਹਿਲੇ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਦਾ ਮੰਗਲਾਚਰਨ ਕੀਤਾ ਗਿਆ ਹੈ ਕਿ ਜਿਹੜਾ ਇੱਕ ਹੈ, ਅਦੁੱਤੀ ਹੈ, ਔਰ ਜਿਹੜਾ ਓੰਕਾਰ ਹੈ, ਸਰਬ ਵਿਆਪੀ ਹੈ। ਉਹ ਪਰਮਾਤਮਾ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਔਰ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਉਸ ਕਿਰਪਾ ਦਾ ਹੀ ਜ਼ਿਕਰ ਕੀਤਾ ਹੈ। ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ। ਹਰ ਜੀਉ, ਹੇ ਪਰਮੇਸ਼ਰ ਰੱਬ ਜੀ, ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਜਦੋਂ ਆਪ ਜੀ ਕਿਰਪਾ ਕਰੋ, ਜਿੰਦੇ ਤੇ ਕਿਰਪਾ ਕਰੋ, ਆਪ ਜੀ ਦੇ ਨਾਮ ਨੂੰ ਧਿਆ ਵੀ ਹੋ ਸਕਦਾ ਹੈ। ਹਰ ਜੀਉ ਕਿਰਪਾ, ਕਿਰਪਾ ਕੱਕੇ ਦੇ ਪੈਰ ਥੱਲੇ ਰਹਿ ਹੈ। ਕਿਰਪਾ
ਹੁਣ ਇਹ ਜਿਹੜਾ ਕਿਰਪਾ ਸ਼ਬਦ ਹੈ, ਕਿਰਪਾ ਇੱਕ ਸਤਿਗੁਰੂ ਜੀ ਨੇ ਇਹ ਵਰਤਿਆ, ਦੂਜੇ ਕਹਿੰਦੇ ਨਾਮ ਧਿਆਈਏ। ਧਿਆਉਣਾ ਜਿਹੜਾ ਹੈ ਇਸ ਵਿੱਚ ਸਾਡਾ ਕਰਮ ਹੈ। ਕਰਮ ਦਾ ਅਰਥ ਅੱਖਰੀ ਅਰਥ ਆਪ ਜੀ ਜਾਣਦੇ ਹੋ, ਕੰਮ। ਹੁਣ ਇੱਕ ਕਰਮ ਤੇ ਇੱਕ ਕਿਰਪਾ, ਇਹ ਕਰਮ ਕਰਨਾ ਹੈ। ਔਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉਠ ਹਰ ਨਾਮ ਧਿਆਵੇ। ਗੁਰੂ ਕੇ ਸਿੱਖ ਨੇ ਇਹ ਕਰਮ ਕਰਨਾ ਹੈ, ਇਹ ਕੰਮ ਕਰਨਾ ਹੈ। ਔਰ ਕਰਮਾਂ ਦੀ ਆਪਣੀ ਬੜੀ ਵੱਡੀ ਇੱਕ ਥਾਂ ਹੈ, ਮਹਾਨਤਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ, ਅੱਜ ਕਰਮ ਤੋਂ ਵੱਧ ਕੇ ਕਿਰਪਾ ਹੈ। ਜਿੱਥੇ ਕਰਮ ਸਾਥ ਨਾ ਦੇਣ, ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਆਪਣੇ ਕਰਮਾਂ ਕਰਕੇ ਤੇ ਵਿਛੜ ਗਏ। ਪਰ ਹੁਣ ਤੁਸੀਂ ਕਿਰਪਾ ਕਰੋ, ਕਿਰਪਾ ਕਰਕੇ ਮਿਲਾ ਲਓ। ਅੱਜ ਇਹ ਦੋਵੇਂ ਸ਼ਬਦ ਨੇ ਕਿ ਰੱਬ ਜੀ ਪਰਮੇਸ਼ਰ ਦੇ ਤੁਸੀਂ ਕਿਰਪਾ ਕਰੋ ਤਾਂ ਨਾਮ ਧਿਆਇਆ ਜਾਣਾ ਹੈ। ਤੇ ਨਾਮ ਧਿਆਉਣ ਲਈ ਆਪਣਾ ਕਰਮ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਜਿਹੜਾ ਕਰਮ ਹੈ, ਕਰਮਾਂ ਦੀ ਆਪਣੀ ਬੜੀ ਵੱਡੀ ਇੱਕ ਥਾਂ ਹੈ। ਗੁਰੂ ਸਾਹਿਬ ਨੇ ਜਿੱਥੇ ਸਾਨੂੰ ਸਮਝਾਇਆ, ਕਰਮ ਤੇ ਇੱਕ ਬੀਜ ਦੀ ਤਰ੍ਹਾਂ ਨੇ। ਦੇਖੋ ਬੀਜ ਬੋੜ ਦਾ ਛੋਟਾ ਜਿਹਾ ਹੋਵੇ ਔਰ ਬਹੁਤ ਛੋਟਾ ਜਿਹਾ ਖਸਖਸ ਦੇ ਦਾਣੇ ਜਿੰਨਾ ਹੈ, ਉਹ ਬੀਜ ਨੂੰ ਬੀਜ ਦਿੱਤਾ ਜਾਵੇ ਤਾਂ ਉਹ ਕਰਮਾਂ ਦਾ ਫਲ ਹੈ ਕਿ ਬੜਾ ਵੱਡਾ ਬੋੜ ਬਣਦਾ ਹੈ। ਕਰਮ ਆਪਣੀ ਥਾਂ ਤੇ ਬੜੀ ਥਾਂ ਰੱਖਦੇ ਨੇ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਵੀ ਕਰਮ ਕਰਨੇ ਚਾਹੀਦੇ ਨੇ ਔਰ ਕਰਨੇ ਵੀ ਚੰਗੇ ਚਾਹੀਦੇ ਨੇ। ਕਿਉਂਕਿ ਕਰਮ ਮਾੜੇ ਵੀ ਕੀਤੇ ਜਾਂਦੇ ਨੇ ਔਰ ਬਹੁਤੇ ਮਾੜੇ ਕੀਤੇ ਜਾਂਦੇ ਨੇ, ਚੰਗੇ ਵੀ ਕੀਤੇ ਜਾਂਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਕਰਮ ਨੇ ਨਾ, ਕਰਮਾਂ ਦੀ ਕਹਾਣੀ ਹੈ। ਇਹ ਕੋਈ ਕੇਵਲ ਇੱਕ ਕਹਾਵਤ ਨਹੀਂ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਜਪ ਪੜ੍ਹਦੇ ਹਾਂ ਤੇ ਅਖੀਰ ਤੇ ਗੁਰੂ ਸਾਹਿਬ ਜੀ ਸ਼ਲੋਕ ਉਚਾਰਨ ਕਰਦੇ ਨੇ। ਸ਼ਲੋਕ ਆਪਾਂ ਪੜ੍ਹਦੇ ਰੋਜ਼ ਹੀ ਹਾਂ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇੱਕ ਤੇ ਜਪਜੀ ਸਾਹਿਬ ਦੇ ਵਿੱਚ ਪਾਵਨ ਬਚਨ ਕਿਹਾ ਕਿ ਪੁੰਨੀ ਪਾਪੀ ਆਖਣ ਨਾਹੀਂ। ਇੱਥੇ ਆਖਣ ਦਾ ਅਰਥ ਹੈ ਅਖਾਣ ਨਹੀਂ। ਇਹ ਪੁੰਨੀ ਤੇ ਪਾਪੀ ਕਹਾਵਤ ਨਹੀਂ, ਪੁੰਨ ਪਾਪ ਹੁੰਦੇ ਨੇ। ਇਹ ਕਰਮਾਂ ਨਾਲ ਕੀਤੇ ਹੋਏ ਚੰਗੇ ਕਰਮ ਨੇ ਤੇ ਪੁੰਨ ਬਣ ਗਏ, ਮਾੜੇ ਨੇ ਤੇ ਪਾਪ ਬਣ ਗਏ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੇਜਾਪੇ ਖਾਓ। ਇਹ ਕੇਵਲ ਅਖਾਣ ਨਹੀਂ ਹੈ ਤੇ ਜਿਵੇਂ ਦੇ ਕਰਮ ਕਰੇਗਾ ਉਵੇਂ ਦੇ ਤੈਨੂੰ ਵੱਢਣੇ ਪੈਣੇ ਨੇ। ਕਰਮਾਂ ਦੀ ਆਪਣੀ ਥਾਂ ਹੈ। ਔਰ ਕਰਮ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਜਪ ਦੇ ਅਖੀਰ ਤੇ ਸ਼ਲੋਕ ਹੈ, ਚੰਗਿਆਈਆਂ ਬੁਰਿਆਈਆਂ। ਕਰਮ ਚੰਗੇ ਨੇ ਭਾਵੇਂ ਮਾੜੇ ਨੇ, ਕਹਿੰਦੇ ਵਾਚੈ ਧਰਮ ਹਦੂਰ, ਉਹ ਵਾਚੇ ਜ਼ਰੂਰ ਜਾਣੇ ਨੇ। ਹਾਂ, ਜੇ ਕਰਮ ਚੰਗੇ ਨੇ, ਜੇ ਗੁਰੂ ਦੀ ਕਿਰਪਾ ਹੋਗੀ, ਫਿਰ ਕਿਰਪਾ ਦੇ ਸਾਹਮਣੇ ਇਹ ਜਿਹੜੇ ਕਰਮ ਨੇ ਉਹਨਾਂ ਦੀ ਥਾਂ ਨਹੀਂ ਰਹਿ ਜਾਂਦੀ। ਫਿਰ ਕਰਮਾਂ ਦਾ ਲੇਖਾ ਪਾਟ ਜਾਂਦਾ ਹੈ। ਹੁਣ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਕਰਮ ਚੰਗੇ ਨੇ ਔਰ ਕਰਮ ਉਹ ਕਰੀ ਜਿਹਦੇ 'ਚ ਪਛਤਾਵਾ ਨਾ ਹੋਵੇ। ਕਰਮ ਕਰੇ ਮਾੜੇ, ਦੋਸ਼ ਦੇ ਦੇ ਕਿਸੇ ਦੂਸਰੇ ਨੂੰ। ਉੱਥੇ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਮਝਾਇਆ ਹੈ ਕਿ ਦੋਸ਼ ਨਾ ਦੀਜੈ ਅਵਰ ਜਣਾ, ਦੋਸ਼ ਕਿਸੇ ਹੋਰ ਨੂੰ ਨਾ ਦਈ। ਦੱਦਾ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਵੀ ਇਹ ਕਰਮਾਂ ਦਾ ਫਲ ਵੀ ਮਿਲਣਾ ਹੈ। ਕਰਮ ਆਪਣੀ ਥਾਂ ਤੇ ਬੜੀ ਵੱਡੀ ਇੱਕ ਥਾਂ ਰੱਖਦੇ ਨੇ। ਜਿੱਥੇ ਬਾਬਾ ਫਰੀਦ ਜੀ ਨੇ ਸਾਨੂੰ ਸਮਝਾਇਆ ਵੀ ਹੈ ਵੀ ਕਰਮ ਉਹ ਹੀ ਕਰੀ ਜਿਹੜੇ ਤੇਰੇ ਲਈ ਲਾਹੇਵੰਦ ਹੋਣ। ਇਹ ਨਾ ਹੋਵੇ ਕਿ ਬੀਜੀ ਤੂੰ ਕੰਡੇ ਜਾਏ, ਕਰਮ ਇਵੇਂ ਦੇ ਕਰੇ ਤੇ ਆਸ ਇਹ ਰੱਖੇ ਕਿ ਇਹ ਕੰਡੇ ਵੱਡੇ ਹੋ ਕੇ ਕਿੱਕਰਾਂ ਨੂੰ ਕਿਤੇ ਫੜ ਲੱਗ ਜਾਣਗੇ, ਦਾਖਾਂ ਲੱਗ ਜਾਣਗੀਆਂ। ਕੰਡੇ ਬੀਜੇਗਾ ਤੇ ਕੰਡੇ ਹੀ ਪੈਰਾਂ 'ਚ ਵੱਜਣੇ ਨੇ। ਜਿੱਥੇ ਬਾਬਾ ਜੀ ਨੇ ਪਾਵਨ ਬਚਨ ਕਹੇ ਨੇ
कि लोड़ै दाख बिजोरियां, किकर बीजै जट, हंडै उन कताए दा, पैंदा लोड़ै पट। हुण कर्म इवें दे करे कि कतदा रहे सारी उम्र उन, ते उस सूत दे विचों सूत नूं कत के ये सोचे कि इहदे विचों रेशम मिल जाएगा। क्योंकि जे सूत बीजना है, सूत कतना है, तो सूत तेनों खद्दर के कपड़े पाने पैने ने, उनके विचों रेशम नहीं निकलना। और रेशम आप जी जानते हो, रेशम एक कीड़ा है, वो कीड़े के विचों निकलिया होया उनका गंद कह लिए कि उत्थों बनता कपड़ा। हुण सतगुरु जी ने जिहड़ी गल अज समझाई है, असल में कर्म जिहड़े ने बड़ी वड्डी भावें थां रखते हैं, और कर्म करने चाहिए ने। सतगुरु जी ने कर्मां की अपनी थां दसी, पर उस तो अगे कहंदे ने किरपा। अपने कर्म कई बारी जिहड़े ने कर्मां करके असीं विछड़ गए, कर्म चंगे नहीं हुंदे, पर जदों तेरी किरपा हो जाए फिर माड़े कर्मां नूं भी तू किरपा करके बदलना है। हुण कर्म की है जी, बाबा कबीर जी ने एक उदाहरण दी। कई बार बंदा कर्म करके जे कर्म चंगा हो जाए तो फिर छाती दे हत्थ मार मार के कहता देखो मैं किया है। कर्म का अर्थ जिहड़ा कम। हुण कर्म किवें दा ते अपने आप को शाबाशी जिहड़ी दिंदा है। बाबा कबीर जी ने उदाहरण दी, एक रुख है, रुख के उत्ते फल लगा तो लगा बड़ा उच्चा है। हुण रुख के उत्ते चढ़ेगा, असल में ही जिंदियां लत्तां बाहों कोई जान है। बजुर्ग बंदा तो चढ़ नहीं सकता, न्याणा नहीं चढ़ सकता। हाँ, जिंदियां लत्तां बाहों दे विच ताकत है चढ़ेगा। उत्तों चढ़ के टाणी ते पैर रखे, हथ लाए, उत्ते चढ़ के फल तोड़ के ये कहे कि देखो मैं कर्म किया तो फल मिल गया, काम किया तो मिलिया दिता ही। पर बाबा कबीर जी कहते हैं उस तो अगे दी एक किरपा है। किरपा कर्म करने वाले किरपा जरूर चेते रखी कि जेड़े टाणी ते पैर रख के उत्ते चढ़िया है, असल में जो टाणी तेनों सहारा ना दिंदी तो फिर तू कर्म कर कित्थों लेना सी, फिर फल किवें तोड़ दिंदा। कर्म तो वड्डी है किरपा। जिथे बाबा कबीर जी ने उदाहरण दी, कहते कबीर कारण बपरा क्या करे, जो राम न करे सहाय। कर्म तू करने ने पर सहायता परमेश्वर दी है, जो सहायता ही ना दिता। कि जिह जिह डाले पग धरो सोए मुर जाए। जेड़ी टाणी ते तू पैर रखदा कर्म करने वास्ते, टाणी मुड़ जाती, टूटी जाती, फिर किवें फल ले लेंदा, किवें कर्म कर लेंदा। हुण अज गुरु साहिब जी ने सानू समझाया कि कर्म करना है, नाम ते आउणा है, पर आस जिहड़ी उहदी किरपा ते रखनी। कर्म करके दावा नहीं करना कि मैं जपिया मैं ते आया। हर जियो कृपा करे ता नाम ते आईए जियो। हुण किरपा की है? कर्म का अर्थ तो समझ लग गया, जिहड़ा काम करना है, उदम करना है, भलके प्रभाती उठना है। पर जिहड़ी किरपा है ना, बाबा फरीद जी ने एक पावन वचन किया, कहते देखो जिहड़ा फल है वो असल में मिलता कर्म करने वाले नूं है। बाबा फरीद जी का पावन वचन है, जिहड़े सुते रह जाण, जिन्होंने कुछ किया ही ना हो, उन्होंने हिस्से में आउणा की है। एक पावन वचन कहते फरीदा रात कथूरी वंडी है, सुत्या मिले ना भाओ। इत्थे भाव का अर्थ हिस्सा, भी सुत्या पे हिस्से थोड़ी मिलते हैं, वो तो जो जागदा आके ले लवे, सुगंधी है ना। फरीदा रात कथूरी वंडी है, सुत्या मिले ना भाओ। जिन्ना नैन निंदरावले तिन्ना मिलन को आओ। तो उत्थे बाबा फरीद जी ने पावन वचन किया, कहते पहले पहरे फुलड़ा कर्म करने ने, पहले पहरे फुलड़ा
फल पे पछा रात, जे फल की दात करने ना तो फल तो पहलों फुल लगता है, जिन्हों कहते हैं पहले पहरे फुलड़ा। पहले पैर बंदगी कर तो दूजे पैर उन्होंने फल लगेगा। हुण इत्थे पहला पैर केवल रात का नहीं, बाबा फरीद जी जीवन रूपी इस रात को कह रहे हैं। पहला पैर एक तो वो जिहड़ा माता के गर्भ में, एक पहला पैर उन्होंने मन्निया जदों गर्भ तो बाहर आया। पहला पैर तेरे कोल समा है, फुल लगेगा। हुण पहले पैर उदाहरण सौखी समझ ली कि रात को सौण लगे, जे तो सोलह साहिब का पाठ करके सुता, गुरु गुरु करदे सुता, तो समझो फुल खिड़ गया। और जिहड़ा खिड़िया होया फुल है ना, फिर उनके सुगंध आउंदी जरूर है। पहले पैरे जपांगे फुल खिड़ेगा तो पिछले पैर उन्होंने फल जरूर लगेगा। पर बाबा फरीद जी ने जिहड़े पावन बचन कहे तो बिल्कुल सच ने। धन गुरु नानक साहिब जी ने इस तो अगे की गल की भी कर्म करना है, फुल लगेगा तो उन्होंने फल लगते हैं। पर जिथे किरपा हो जाए, कई बार फुल ना भी लगे तो फल तो भी लग जाते हैं। जिथे किरपा हो जाए, वो कई बार सारी सारी जिंदगी सुते रह जाते हैं। पर जदों किरपा कर लगे, वो फिर उठा के आवाज़ मार के दिंदा भी तू कदे नहीं आया गुरुद्वारे, लै फड़ आ नाम की दात तेनों दिती। क्योंकि दात ही वो ने जिहड़ा ते अपने कर्म करके अपना दावा करके लईए कि मैं जप्या 50 साल हो गए आउंदियां, ये किरपा मेरे ते होनी चाहिए है। फिर वो किरपा नहीं, वो दात नहीं। गुरु साहब जी ने पावन बचन किया है, कहते यह कनेही दात आपस ते जो पाई है। जिहड़ी अपनी मेहनत करके प्राप्त कर लैनी, फिर उन्होंने दात थोड़ी कहा जाता। दात तो ही है जिन्होंने गुरु साहब जी कहते हैं दाती साहिब संदियाँ। क्या चला तिस नाल उहदे के चारा कोई नहीं चलता, दातां उहदियां ने कि एक जगांदे ना लहण, एक ना सुत्तियां दे उठान। हो सकता कदे भी ना सुता, कदे भी सुता होया उठे ना होवे, जागे ना सवेरे। तो जदों दात देन लगे, जदों किरपा करे, फिर सुत्या होए नूं आवाज़ मार के भी दे दिंदा है। अज गुरु साहब जी ने किरपा की गल कही कि हर जियो कृपा करे ता नाम ते आइए जियो। देखो हुण सवाल कई बारी हुंदा, कई बारी करते भी ने, भाई नाम जप लिया करो, भाई खंडे पाठे की पौध ले लो। तो अगों जवाब मिलता जदों गुरु कृपा करेगा। और बहुत सारे वीर ऐसे भी ने केस कट्टे ने, अमृत वेले आके गुरु घर दे विच सेवा भी करते हैं और बड़े प्रेम के नाल करते हैं। तो जे कही भाई तेन 5-7 साल तो मैनू भी हो गए देखते हैं, इन्नी सेवा है तो फिर दाड़ा ही प्रकाश करना है, खंडे बाटे की पौड़ी लेना है। वो जवाब पहले दिन भी उसी तो अज भी हुई है कि चलो जो तो गुरु कृपा करेगा। देखो कृपा जिहड़ी है वो आलस नहीं कि असीं उदों भी ना करिए। सतगुरु धन गुरु रामदास जी ने कृपा की, सानू समझाया तू कर्म ते कर पई, अगे कृपा उहदे ते छड्ड दे। तू कर्म ही ना करे तो केवल कृपा ते टिकिया रह जाए। और कृपा कोई आलस का ना थोड़ी है, उदम कर कर्म कर। वो कृपा उन्हें करनी है, उनकी दात है, वो किंदे ते करे वो जानता है। हुण सतगुरु जी ने साडे ते इन्नी कृपा की, जदों सवाल किया जाता है कि नाम किवें जपीए, पहलों नाम जपीए कि पहलों कृपा होए। उन्हें कहा जाता ना कृपा तो बिना तो नाम भी नहीं पै जाता है सच। तो फिर असीं छड्ड ही देने कि जदों कृपा होएगी उदों जप लांगे। भाई साहब भाई गुरदास जी ने सानू समझाया कि धन गुरु नानक देव सच्चे पातशाह जी दे तुसीं सिखो भाई सिखो। तो उस गुरु नानक साहब जी ने रब के दर तो पहलों कृपा ही लई। कहते पहला बाबे पाया बख्शदर, पिछों दे फिर घन कमाई। पहलों कृपा ली तो फिर कमाई की।
और धन गुरु अमरदास सच्चे पातशाह जी सानू रोज़ ही आवाज़ मार के कहते हैं भी तू अपना कर्म कर, तो जिहड़ा गुरु का रब का कर्म है वो उन्हें करना है। एक कर्म का अर्थ कीते हुए काम, तो एक कर्म का अर्थ है कृपा। जिथे गुरु साहब जी रोज़ कहते हैं आवो सिख सतगुरु के प्यारे हो, गावो सच्ची बाणी, बाणी ता गावो गुरु के रे बाणिया सिर बाणी। हुण ये सिख का कर्म है भी ये काम तो हर एक सिख ने करना। गुरु साहब जी आवाज़ मार के कहते हैं। तो सवाल साडा फिर होएगा, सतगुरु जी बाणी पढ़दे तो 20 साल हो गए, बाणी पढ़दे तो 90 साल भी हो गए, पर ये बाणी सारिਆਂ ਦੇ ਹਿਰਦਿਆਂ ਵਿੱਚ ਵਸਦੀ क्यों नहीं? तो धन गुरु अमरदास सच्चे पातशाह जी आनंद साहब ਦੇ ਵਿੱਚ ਸਮਝਾਉਂਦੇ ਨੇ कि देख तू अपना कर्म कर, ये वसेगी उदों जदों उनकी नज़र होएगी, जदों उनकी कृपा होएगी। हर जीव कृपा करे तो नाम ध्याइए जियो। तो आनंद साहब ਦੇ ਵਿੱਚ ਕਹਿੰਦੇ ਨੇ, कहते बाणी ता गावो गुरु केरी बाणिया सिर बाणी, जिनको नदर कर्म होवे। इत्थे कर्म का अर्थ है कृपा। जिनको नदर कर्म होवे हिरदे तिना समाणी, समाएगी तो उन्होंने अंदर ही जिंदे ते कृपा तेरी होएगी। अज सतगुरु धन गुरु रामदास जी ने सानू ये समझाया और अरदास बेनती की, हर जीओ कृपा करे ता नाम ध्याइए जियो। तू कृपा करे ता तेरे नाम नू जपया जा सकता है, ध्याया जा सकता है। सतगुरु मिलै सुभाए सहज गुण गाइए जियो। ते ध्याया किवें जा सकता है? हुण धन गुरु रामदास जी कहते हैं सतगुरु मिलै सुभाए। सुभाए का अर्थ है चंगे भागा करके, चंगे सुभाग करके। और साडे बड़े बड़े भाग ने कि धन गुरु ग्रंथ साहिब वर्गे सानू गुरु मिले। सतगुरु मिलै सुभाए चंगे भागा करके, जदों गुरु मिल जाए। सहज गुण गाइए जियो, तां सहज विच टिक के रब जी परमेश्वर दे तेरे गुणां नूं गाया जा सकता है। ते जेड़े गुण गाउंदे ने जी, कहते गुण गाए विकसै सदा अन दिन, जां आप साचे भावे। गुण गाउण वाले जदों मेरे सच्चे प्रभु नूं पा जाण। गुण गाए विकसै, विकसै दे अंदर खेड़ा खड़ा खिड़ना, ते वो खिड़ना एक दो पल का नहीं, एक दो दिन का नहीं। गुरु साहब जी कहते हैं सदा अन दिन, दिन रात वो खिड़े रहिंदे ने जेड़े तिमदे ने। एक उर्दू के जीज ने भावें बोल लिखे ने, क्योंकि जेड़े एक कवि होंदे ने ये फिर जिथे भी जाके खलो जान उन्हां दे अंदर एक आवाज़ निकलती है। फुल दे सामने खलोता, फुल भावें बोलता नहीं पर कवि जेड़े नूं जुबान ला दिंदे ने। फुल दे नाल गल्लां करके फुल नूं कहंदा तू खिड़िया होया सोहना बड़ा लगना है, पर तेरे ते तरस भी आता है। हुण फुल ने पूछा भाई तरस कहदे नाल? तू खिड़िया जरूर है पर खिड़िया सिर्फ घड़ी पल ली है कि ये जिवें जिवें सूरज ढलता जाना है उवें तू मुरझा जाना है। पर फुल का कोई जवाब बड़ा सोहना सी, है तो केवल समझण वास्ते ना। वो फुल कहता है कि देख ए विद्वान कवि, भावें मैं पल घड़ी पल दे वास्ते खिड़ना हाँ, पर मेरे जिन्ना भी समा है कहने कि जिन्नी भी उम्र है हर वेले मैं खिड़े रहना। पर दुनिया दे विच एवें दे लोग बड़े ने जिन्हों एक खिन भी किते खड़ा जिन्हां दे अंदर आउंदा ही नहीं। शुरू तो लैके अखीर तक झूरदे हुए हाय हाय करते मर जाते हैं। एक खिन का खिड़ना भी किते भागा करके नसीब होंदा है ना। पर इत्थे गुरु साहब जी कहते हैं एक खिन लेनी पई, जिन्हां दे अंदर किरपा करके नाम वस जे, फिर वो सदा विकस है। अण दिन सदा अण दिन, कहते सदा ही दिन रात खेड़े विच रहिंदे ने। गुण गाए विकसै सदा अण दिन, जाए आप साचे भावे। ते जिन्हां दे अंदर खड़ा आ जाता है
कहते अहंकार हौमै तजै माया, सहज नाम संभावे। वो अंदरों हंकार छड्ड दिंदे ने, हौमै कढ़ दिंदे ने। तजै माया, माया नूं छड्ड देण दा भाव इह नहीं कि अपनी जेब च रुपये कढ़ के सुੱਟ दिंदे ने। माया दे विच रह के माया दे विचों निर्लेप रहिंदे ने। उन्हां दे अंदरों माया का प्रभाव जिहड़ा बिल्कुल खत्म हो जाता है, क्योंकि सहज नाम समावे, उन्हां दे अंदर सहज सुभाए नाम वस जाता है। आप करता करे सोई, आप दे ता पाइए। धन गुरु रामदास जी कहते हैं वो जिहड़ा सब दा करता है, सब नूं पैदा करने वाला है। आप करता करे सोई, सब कुछ जिहड़ा आप ही करता है। आप दे ता पाइए, ये नाम दे दात भी आप जिन्हों देवे वो ही प्राप्त कर सकता है। हर जियो कृपा करे ता नाम ते आइए जियो। रब जी परमेश्वर जी कृपा तुसी करो तो नाम जपया जा सकता है। दूसरे पद जी कहते हैं अंदर साचा नेहो पूरा सतगुरै जियो। जिंदे ते कृपा हो जाए, पहला शब्द पहला पता कृपा सी। जिंदे ते कृपा हो जी, कहते अंदर सच्चा नेहो। अंदर सच्चा नहीं टिक जाता, पर अपने आप नहीं। कहते पूरे सतगुरै जियो, पूरे सतगुर की कृपा नाल अंदर सच्चा नहीं लग जाता है। हों तिस सेवे दिन रात, मैं कदे ना विसरै जियो। तो जदों पूरा गुरु मिल जाए, फिर गुरु अगे अरदास बेनती है कि हे सतगुरु जी, हों सेवी दिन रात, ऐसे रब नूं दिन रात मैं सिमरदा रहां, कदे ना विसरै जियो, कदे भुल्ले ही ना। अवस्था ये बन जाए कि आखा जीवा विसरै मर जाओ। कदे ना विसारे अणदिन संभारे, जा नाम लई ता जीवा। कदे ना भुला, दिन रात हर वेले चेते रखा। बस जीवन ही इवें दा कि तेनू चेते रखा तो मैनू जीवन मिले, जिउंदा रहां। सरवणे सुने ता एह मन तृप्त है, गुरमुखे अमृत पीवा। तुहाडी ये अमृत वर्गी बाणी जदों मैं सुनना उदों तृप्त होना। सरवणे सुने ता एह मन तृप्त है, मन की तृप्ति उदों है जदों तुहाडी अमृत वर्गी बाणी नूं सुना। गुरमुख अमृत पीवा, तो गुरमुख हो के गुरु के सन्मुख हो के ये अमृत मैं हमेशा पींदा रहां। नदर करे ता सतगुर मेले, अण दिन विवेक बुद्ध विचरै। इत्थे नदर का अर्थ भी कृपा है कि सतगुरु जो अपनी कृपा करे उदों अपने नाल मिला लैंदा है। तो जो मिल जाइए फिर दिन रात विवेक बुद्ध लैके वो विचरदा है। अंदर साचा ने पूरे सतगुर है, पूरे गुरु ने अंदर सच्चा ने ला दिता। सतगुरु मिलै वड भाग, ता हर रस आवै जियो। वड्डे भागा करके सतसंगत मिलती है, ता हर रस आवे जी। जदों गुरु की संगत मिलती है, फिर नाम का रस भी उदों ही होता है। अण दिन रह निवलाए, ता सहज संभावै जियो। फिर जिन्हां दे अंदर नाम वस जाता है, अण दिन रह लिव लाए, दिन रात लिव ला के रखते हैं, सहज विच टिके रहते हैं। सहज संभावै ता हर मन भावै, सदा अतीत बैरागी। वो सदा ही अतीत ते बैरागी ने, संसार विच रह के भी माया विच रह के भी। हालत पलत शोभा जगे अंदर, राम नाम लिव लागे। जिन्हां दी लिव राम दे नाम न लगी, फिर कहते हलत पलत शोभा जगे अंदर। इस मातलुक विच भी ते संसार दे उस निरंकार दे दर ते भी उन्हां दी शोभा बढ़ती है, उन्हां नूं माण मिलता है। क्योंकि हरक सोग दूहां ते मुगता, जो प्रभ करे सो भावे। वो हरख ते सोग दोवां तो मुक्त हो जाता है। उनके लिए गमी खुशी बराबर ने, क्योंकि उन्होंने जो प्रभु नूं पाउंदा है वो उसनूं पा जाता है। पर जो प्रभ करे सो भावे, कि रब जी जो कर दो चंगा करता है। सत संगत मिलै वड भाग, ता हर रस आवै जियो। पर अगे कृपा की, जेड़े सत संगत में आउंदे नहीं, जिन्होंने सत संगत मिलती नहीं,
ਜਿਹੜੇ ਰੱਬ ਨੂੰ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗੇ। ਕਹਿੰਦੇ ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਮਨਮੁਖ ਮਨ ਦੇ ਪਿੱਛੇ ਚੱਲਣ ਵਾਲੇ ਦੂਜੇ ਭਾਅ ਵਿੱਚ ਪੈ ਗਏ, ਦਿਨ ਰਾਤ ਦੁਖੀ ਹੁੰਦੇ ਨੇ। ਕਹਿੰਦੇ ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਜਮ ਕਿਹੜੇ ਜੀ? ਜਿਉਂਦੇ ਜਮ ਚੰਬੜੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਨ ਰਾਤ ਦੁਖੀ ਕਰਦੇ ਨੇ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ। ਇੱਕ ਮਾਇਆ ਦਾ ਦੁੱਖ, ਮਾਇਆ ਦਾ ਜਮ, ਇਹ ਵੀ ਜਮ ਬੜਾ ਚੰਦਰਾ ਹੈ। ਔਰ ਜਿਹਨੂੰ ਚੰਬੜ ਜੇ ਉਹਦੇ ਕੋਲ ਲੱਖ ਆ ਜੇ, ਕਰੋੜ ਆ ਜੇ, ਅਰਬਾਂ ਆ ਜਾਣ, ਖਰਬਾਂ ਆ ਜਾਣ, ਪਰ ਉਹ ਹਾਏ ਹਾਏ ਕਰਦਾ। ਹਾਏ ਇਹ ਕੰਮ ਨਹੀਂ ਅੱਜ ਬਣਿਆ, ਇਹ ਵੀ ਹੋ ਜਾਣਾ ਚਾਹੀਦਾ ਸੀ। ਉਹਦੀ ਹਾਏ ਖਤਮ ਹੁੰਦੀ ਨਹੀਂ। ਮਾਇਆ ਦੁੱਖ ਮੋਹਿਆ ਹੁੰਮੇ ਰੋਹਿਆ, ਮੇਰੇ ਮੇਰੇ ਕਰਤ ਵਿਹਾਵੇ। ਮਾਇਆ ਦਾ ਐਸਾ ਦੁੱਖ ਚੰਬੜਦਾ ਹੈ ਕਿ ਬਸ ਮੇਰੇ ਮੇਰੇ ਕਰਦਿਆਂ ਹੋਇਆਂ ਹੋਮੇ ਦੇ ਵਿੱਚ ਦਿਨ ਰਾਤ ਵਿਲਕਦਾ ਹੈ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੇ। ਭਾਵੇਂ ਬੜਾ ਕੁਛ ਕੋਲ ਹੋਵੇ, ਇੱਕ ਤੋਂ ਇੱਕ ਵੱਡੀ ਗੱਡੀ ਵੀ ਕੋਲ ਹੋਵੇ, ਧੀਆ ਪੁੱਤਰ ਘਰ ਪਰਿਵਾਰ ਸਭ ਕੁਛ ਵੀ ਹੋਵੇ, ਪਰ ਜੋ ਰੱਬ ਨੇ ਦਿੱਤਾ ਹੈ ਉਹਨੂੰ ਨਹੀਂ ਚੇਤੇ ਕਰਦਾ। ਔਰ ਜੋ ਕੁਛ ਨਹੀਂ ਮਿਲਿਆ ਉਹਦੇ ਲਈ ਉਲਾਂਭੇ ਦਿੰਦਾ ਦਿੰਦਾ ਚਲਾ ਜਾਂਦਾ। ਔਰ ਅੰਤ ਗਿਆ ਪਛਤਾਵੇ। ਜਾਣ ਲੱਗਿਆ ਨਾਲ ਜਾਂਦਾ ਵੀ ਕੁਛ ਨਹੀਂ, ਕੇਵਲ ਪਛਤਾਵਾ ਹੀ। ਬਿਨ ਨਾਵੇ ਕੋ ਸਾਥ ਨ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ। ਸਤਿਗੁਰੂ ਜੀ ਕਹਿੰਦੇ ਨੇ ਮਨ ਦੇ ਪਿੱਛੇ ਚੱਲਣ ਵਾਲੇ ਚੇਤੇ ਰੱਖੀ, ਨਾਮ ਤੋਂ ਬਿਨਾਂ ਨਾਲ ਕੁਝ ਨਹੀਂ ਜਾਣਾ। ਇਹ ਜਿਹੜਾ ਪੁੱਤਰ ਕਲੱਤਰ ਇਸਤਰੀ ਮਾਇਆ, ਇਹ ਸਭ ਕੁਛ ਇੱਥੇ ਰਹਿ ਜਾਣਾ ਹੈ। ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਪਰ ਜਿਹੜਾ ਦੂਜੇ ਭਾਏ, ਦੂਜੇ ਪ੍ਰੇਮ ਦੇ ਵਿੱਚ ਪੈ ਗਿਆ, ਜਿਹਨੂੰ ਮਾਇਆ ਦਾ ਮੋਹ ਲੱਗ ਗਿਆ, ਫਿਰ ਮਨ ਦੇ ਪਿੱਛੇ ਚੱਲਣ ਵਾਲੇ ਨੂੰ ਜਮ ਹਰ ਵੇਲੇ ਸਤਾਉਂਦੇ ਨੇ। ਅਖੀਰ ਤੇ ਗੁਰੂ ਸਾਹਿਬ ਜੀ ਨੇ ਫਿਰ ਪਾਵਨ ਬਚਨ ਕਹੇ। ਪਹਿਲੇ ਛੰਦ ਵਿੱਚ ਪਹਿਲੀ ਪੰਕਤੀ 'ਚ ਕਿਹਾ, ਹਰਿ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਅਖੀਰਲੇ ਛੰਦ ਵਿੱਚ, ਅਖੀਰਲੇ ਪਦ ਵਿੱਚ ਕਹਿੰਦੇ ਨੇ, ਕਰ ਕਿਰਪਾ ਨਿਹੁ ਮਿਲਾਏ, ਬਹਿਲ ਹਰ ਪਾਇਆ ਜੀਓ। ਕਿ ਸਾਡੇ 'ਤੇ ਵੀ ਕਿਰਪਾ ਕਰੋ, ਆਪਣੇ ਨਾਲ ਮਿਲਾ ਲਓ। ਮਹਿਲ ਹਰ ਪਾਇਆ ਜੀਓ, ਸਾਨੂੰ ਵੀ ਤੁਹਾਡੇ ਚਰਨਾਂ ਵਿੱਚ ਥਾਂ ਮਿਲ ਜੇ। ਮਹਿਲ ਦਾ ਅਰਥ ਟਿਕਾਣਾ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਤੇ ਜਿਹੜੇ ਇਸ ਤਰ੍ਹਾਂ ਦੇ ਪ੍ਰੇਮ ਦੇ ਨਾਲ ਬੇਨਤੀ ਕਰਦੇ ਨੇ, ਉਹ ਫਿਰ ਹਰ ਵੇਲੇ ਕਰ ਜੋੜ, ਹੱਥ ਜੋੜ ਕੇ ਗੁਰੂ ਦੇ ਸਨਮੁਖ ਰਹਿੰਦੇ ਨੇ। ਕਿਉਂਕਿ ਪ੍ਰਭ ਮਨ ਭਾਇਆ ਜੀਓ, ਉਹਨਾਂ ਨੂੰ ਪ੍ਰਭੂ ਵੀ ਮਨ ਵਿੱਚ ਚੰਗਾ ਲੱਗਣ ਲੱਗ ਗਿਆ। ਪ੍ਰਭ ਮਨ ਭਾਵੈ ਤਾਂ ਹੁਕਮ ਸੰਭਾਵੈ, ਹੁਕਮ ਮਨ ਸੁਖ ਪਾਇਆ। ਕਿਉਂਕਿ ਜਦੋਂ ਪ੍ਰਭੂ ਮਨ ਨੂੰ ਭਾਜੇ ਫਿਰ ਉਹਦਾ ਹੁਕਮ ਵੀ ਚੰਗਾ ਲੱਗਦਾ ਹੈ। ਔਰ ਗੁਰੂ ਸਾਹਿਬ ਜੀ ਨੇ ਕਿਹਾ ਹੈ, ਹੁਕਮ ਮੰਨੇ ਹੋਵੇ ਪ੍ਰਵਾਨ, ਤਾਂ ਦਰਗੇ ਕਾ ਹਲ ਪਾਏ ਸੀ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਪ੍ਰਭ ਮਨ ਭਾਵੇ ਤਾਂ ਹੁਕਮ ਸੰਭਾਵੈ, ਹੁਕਮ ਮਨ ਸੁਖ ਪਾਇਆ। ਆਣ ਦਿਨ ਜਗਤ ਰਹਿ ਦਿਨ ਰਾਤੀ, ਸਹਿਜੇ ਨਾਮ ਤੇ ਆਇਆ। ਆਣ ਦਿਨ ਜਗਤ ਰਹਿ ਦਿਨ ਰਾਤੀ। ਆਣ ਦਿਨ ਦਾ ਅਰਥ ਵੀ ਦਿਨ ਰਾਤ ਹੈ। ਇੱਥੇ ਆਣ ਦਿਨ ਦਾ ਭਾਵ ਅਰਥ ਹਰ ਵੇਲੇ, ਦਿਨ ਰਾਤ। ਉਹ ਫਿਰ ਜਪਦੇ ਹੀ ਨੇ, ਦਿਨ ਰਾਤ ਧਿਆਉਂਦੇ ਹੀ ਨੇ। ਨਾਮੋ ਨਾਮ ਮਿਲੇ ਵਡਿਆਏ, ਨਾਨਕ ਨਾਮ ਮਨ ਭਾਵੇ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਚੌਥੇ ਨਾਨਕ ਕਹਿੰਦੇ ਨੇ ਵੀ ਅਸਲ ਵਿੱਚ ਸੱਚੀ ਵਡਿਆਈ ਜੇ ਕਿਸੇ ਨੂੰ ਮਿਲੀ, ਨਾਮ ਕਰਕੇ ਮਿਲਦੀ ਹੈ। ਅਤੇ ਸਾਨੂੰ ਜੇ ਕੁਝ ਪਾਉਂਦਾ ਹੈ ਜੀਵਨ ਵਿੱਚ, ਉਹ ਕੇਵਲ ਰੱਬ ਜੀ ਤੇਰਾ ਨਾਮ ਹੀ ਪਾਉਂਦਾ ਹੈ। ਕਰ ਕਿਰਪਾ ਨਿਹੁ ਮਿਲਾਏ, ਮਹਿਲ ਹਰ ਪਾਵੈ ਜੀਓ। ਅਖੀਰ ਤੇ ਧੰਨ ਗੁਰੂ ਰਾਮਦਾਸ ਜੀ ਆਪ ਬੇਨਤੀ ਕਰਦੇ ਨੇ ਔਰ ਸਾਨੂੰ ਕਹਿੰਦੇ ਨੇ, ਭਾਈ ਸਿੱਖਾ ਤੂੰ ਵੀ ਕਰ। ਕਿ ਇਹ ਰੱਬ ਜੀ, ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਓ। ਅਤੇ ਜੇ ਤੁਸੀਂ ਮਿਲਾਓਗੇ ਤਾਂ ਮਹਿਲ ਹਰ ਪਾਵੇ ਜੀਓ, ਤਾਂ ਸਾਨੂੰ ਟਿਕਾਣਾ ਮਿਲਣਾ ਤੁਹਾਡੇ ਚਰਨਾਂ 'ਚ। ਹੋਈ ਹੈ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾ ਪਾਇਆ ਸਹਿਜ ਸਿਤੇ ਮਨ ਵਜੀਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ, ਸ਼ਬਦੋ ਤਗਾਵੋ ਹਰਿ ਕੇਰਾ ਮਨ ਜਿਨੇ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ, ਅੰਗੀਕਾਰੋ ਕਰੇ ਤੇਰਾ ਕਾਰਜ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ, ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ। ਸਦਾ ਸਿਫਤ ਸਾਲਾਹ ਤੇਰੇ ਨਾਮ, ਨਾਮ ਜਿਨ ਕੈ ਮਨ ਵਸਿਆ ਵਾਜੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰ ਤੇਰਾ ਸਾਚਾ ਨਾਮ ਮੇਰਾ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਕਰ ਸਾਤ ਸੁਖ ਬਣਿਆ ਵਸਿਆ। ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ, ਗੁਰੂ ਵਿਟੋ ਜਿਹ ਦੀਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ, ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ। ਪੰਜ ਦੂਤ ਦੁਧ ਵਸ ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ, ਆਨੰਦ ਸੁਣੋ ਵਡ ਭਾਗੇ ਹੋ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ, ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੇ। ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰੂ ਰਹਿਆ ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰੂ ਰਹਿਆ ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ